ABC ਪੰਜਾਬ ਦੇ ਵਿਸ਼ੇਸ਼ ਬੁਲੇਟਿਨ ਦੇਸ਼ ਦਾ ਖਬਰਨਾਮਾ ਵੀ ਤੁਹਾਡਾ ਸਵਾਗਤ ਹੈ। ਪਹਿਲਾਂ ਅੱਜ ਦੀਆਂ ਦੇਸ਼ ਪੱਧਰ ਦੀਆਂ ਪ੍ਰਮੁੱਖ ਖਬਰਾਂ। ਮੱਧ ਪ੍ਰਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਘੋਸ਼ਣਾ ਪੱਤਰ ਜਾਰੀ। ਸੀਨੀਅਰ ਸਿਟੀਜ਼ਨ ਨੂੰ ਮਿਲਣਗੇ 1500 ਰੁਪਏ ਪੈਨਸ਼ਨ ਤੇ ਲਾਡਲੀ ਭੈਣਾਂ ਨੂੰ ਦਿੱਤਾ ਜਾਊਗਾ ਮਕਾਨ। TMC ਦੀ ਨੇਤਾ ਮਹੁਆ ਮਿੱਤਰਾ ਨੇ ਕਾਰਟੂਨ ਦੇ ਜ਼ਰੀਏ ਐਥਿਕਸ ਕਮੇਟੀ ਤੇ ਲਗਾਇਆ ਨਿਸ਼ਾਨਾ। ਰਾਜਸਥਾਨ 'ਚ ਇੱਕ ਸਬ ਇੰਸਪੈਕਟਰ ਵੱਲੋਂ ਆਪਣੇ ਸਿਪਾਹੀ ਦੀ ਬੇਟੀ ਦੇ ਨਾਲ ਕੀਤਾ ਗਿਆ ਮੂੰਹ ਕਾਲਾ। ਦਿੱਲੀ 'ਚ 14 ਦਿਨ ਬਾਅਦ 에ਅਰ ਕੁਆਲਿਟੀ ਇੰਡੈਕਸ 300 ਤੋਂ ਘੱਟ। ਉੱਤਰਾਖੰਡ ਵਿੱਚ ਅਗਲੇ ਹਫ਼ਤੇ ਹੋ ਸਕਦਾ ਯੂਨੀਫਾਰਮ ਸਿਵਲ ਕੋਡ ਲਾਗੂ। ਬ੍ਰਹਮ ਕੁਮਾਰੀ ਆਸ਼ਰਮ 'ਚ 2 ਸਕੀਆਂ ਭੈਣਾਂ ਨੇ ਆਪਣੀ ਕੀਤੀ ਜੀਵਨ ਲੀਲਾ ਖਤਮ। ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ 5 ਮਹੀਨੇ ਬਾਅਦ ਜੇਲ੍ਹ ਤੋਂ ਪਹੁੰਚੇ ਘਰ। ਬਿਮਾਰ ਪਤਨੀ ਨੂੰ ਮਿਲੇ। ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਤੇਲੰਗਾਨਾ ਵਿੱਚ ਰੈਲੀਆਂ ਨੂੰ ਕੀਤਾ ਗਿਆ ਸੰਬੋਧਨ। ਅੰਬਾਲਾ 'ਚ 2 ਦਿਨਾਂ ਦੇ ਵਿੱਚ 7 ਲੋਕਾਂ ਦੀ ਸ਼ੱਕੀ ਸਥਿਤੀਆਂ ਦੇ ਵਿੱਚ ਮੌਤ। ਜ਼ਹਿਰੀਲੀ ਸ਼ਰਾਬ ਨਾਲ ਪੀਣ ਤੱਕ ਹੁਣ ਤੱਕ 16 ਲੋਕ ਮਰੇ। SHO ਬੋਲੇ ਮੌਤ ਦੀ ਵਜ੍ਹਾ ਚਿਕਨਗੁਨੀਆ, ਹਾਰਟ ਅਟੈਕ। ਅਤੇ ED ਦੀ ਹਿਰਾਸਤ ਵਿੱਚ ਲਾਲੂ ਪਰਿਵਾਰ ਦਾ ਕਰੀਬੀ ਅਮਿਤ ਕਟਿਆਲ। ਹੁਣ ਖਬਰਾਂ ਵਿਸਤਾਰ ਨਾਲ। ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਵੱਲੋਂ ਆਪਣਾ ਚੋਣ ਘੋਸ਼ਣਾ ਪੱਤਰ ਜਾਰੀ ਕਰ ਦਿੱਤਾ ਗਿਆ। ਇਸ ਦੀ ਟੈਗਲਾਈਨ ਰੱਖੀ ਆ ਮੋਦੀ ਦੀ ਗਰੰਟੀ, ਭਾਜਪਾ ਦਾ ਭਰੋਸਾ। ਗਰੀਬ ਕਿਸਾਨ ਲਗਭਗ ਹਰ ਵਰਗ ਨੂੰ ਇਸ ਮਸਲੇ ਦੇ ਵਿੱਚ ਬਟੋਰਨ ਦੀਆਂ ਉਹਨਾਂ ਦੀਆਂ ਵੋਟਾਂ ਦਾ ਯਤਨ ਕੀਤਾ ਗਿਆ। ਲਾਡਲੀ ਭੈਣਾਂ ਨੂੰ ਪੱਕੇ ਮਕਾਨ। ਗਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ KG ਤੋਂ ਲੈ ਕੇ 12ਵੀਂ ਜਮਾਤ ਤੱਕ ਅਤੇ ਵਿਦਿਆਰਥੀਆਂ ਨੂੰ ਪੋਸਟ ਗ੍ਰੈਜੂਏਟ ਤੱਕ ਮੁਫਤ ਐਜੂਕੇਸ਼ਨ ਦੇਣ ਦਾ ਵਾਅਦਾ। ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ IIT ਦੇ ਤਰਜ਼ ਤੇ ਮੱਧ ਪ੍ਰਦੇਸ਼ ਦੇ ਹਰ ਜ਼ਿਲ੍ਹੇ ਦੇ ਵਿੱਚ ਮੱਧ ਪ੍ਰਦੇਸ਼ ਇੰਸਟੀਚਿਊਟ ਆਫ ਟੈਕਨੋਲੋਜੀ ਮਤਲਬ MIT ਖੋਲ੍ਹੇ ਜਾਣਗੇ। ਇਸੇ ਤਰ੍ਹਾਂ ਹਰ ਹਲਕੇ ਦੇ ਵਿੱਚ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ AIIMS ਦੀ ਤਰਜ਼ ਤੇ ਪ੍ਰਦੇਸ਼ ਇੰਸਟੀਚਿਊਟ ਆਫ ਮੈਡੀਕਲ ਸਾਇੰਸ SIMS ਵੀ ਸ਼ੁਰੂ ਕੀਤੇ ਜਾਣਗੇ। ਸੀਨੀਅਰ ਸਿਟੀਜ਼ਨ ਅਤੇ ਅੰਗਹੀਨ ਨਾਗਰਿਕਾਂ ਨੂੰ 1500 ਰੁਪਏ ਮਾਸਕ ਪੈਨਸ਼ਨ ਦਿੱਤੀ ਜਾਊਗੀ। ਪਹਿਲਾਂ 600 ਰੁਪਏ ਦਿੱਤੀ ਜਾ ਰਹੀ ਆ। 100 ਰੁਪਏ ਵਿੱਚ 100 ਯੂਨਿਟਾਂ ਵੀ ਦਿੱਤੀਆਂ ਜਾਣਗੀਆਂ। ਸਰਕਾਰੀ ਸਕੂਲਾਂ ਵਿੱਚ ਮਿਡ ਡੇ ਮੀਲ ਦੇ ਨਾਲ ਸਵੇਰ ਦਾ ਖਾਣਾ ਵੀ ਦੇਣ ਦੀ ਗੱਲ ਆਖੀ ਗਈ ਆ। ਭੋਪਾਲ ਤੇ ਇੰਦੌਰ ਤੋਂ ਬਾਅਦ ਜਬਲਪੁਰ ਅਤੇ ਗਵਾਲੀਅਰ ਵਿੱਚ ਵੀ ਪੁਲਿਸ ਕਮਿਸ਼ਨਰੇਟ ਸਿਸਟਮ ਲਾਗੂ ਹੋਣਗੇ। ਕਿਸਾਨਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਨੇ ਕਿਸਾਨ ਕਾਂਗਰਸ ਦੇ ਮੁਕਾਬਲੇ ਕਣਕ ਅਤੇ ਝੋਨੇ ਦੀ ਫਸਲ ਖਰੀਦਣ ਦੀ ਗਰੰਟੀ ਦਿੱਤੀ ਆ। ਕਾਂਗਰਸ ਨੇ ਆਪਣੇ ਘੋਸ਼ਣਾ ਪੱਤਰ ਵਿੱਚ 2600 ਰੁਪਏ ਵਿੱਚ ਕਣਕ ਤੇ ਝੋਨੇ ਦੀ ਫਸਲ ਦੇ 2500 ਰੁਪਏ ਕੁਇੰਟਲ ਖਰੀਦਣ ਦੀ ਗੱਲ ਕੀਤੀ ਤੇ ਹੁਣ ਭਾਰਤੀ ਜਨਤਾ ਪਾਰਟੀ ਨੇ ਕਣਕ 2700 ਰੁਪਏ ਅਤੇ ਝੋਨੇ ਦੀ ਫਸਲ 3100 ਰੁਪਏ ਪ੍ਰਤੀ ਕੁਇੰਟਲ ਖਰੀਦਣ ਦਾ ਵਾਅਦਾ ਕੀਤਾ। ਕਾਂਗਰਸ ਪਾਰਟੀ ਨੇ 17 ਅਕਤੂਬਰ ਨੂੰ ਹੀ ਆਪਣਾ ਚੋਣ ਘੋਸ਼ਣਾ ਪੱਤਰ ਜਾਰੀ ਕੀਤਾ ਸੀ। ਸੰਸਦ ਸਵਾਲ ਪੁੱਛਣ ਦੇ ਬਦਲੇ ਪੈਸੇ ਕੈਸ਼ ਫॉर ਕੁਐਰੀ ਮਤਲ ਦੇ ਮਾਮਲੇ ਦੇ ਵਿੱਚ TMC ਦੀ ਨੇਤਾ ਸੰਸਦ ਜਿਹੜੇ ਨੇ ਮਹੁਆ ਮਿੱਤਰਾ ਜਿਹੜੇ ਬੁਰੀ ਤਰ੍ਹਾਂ ਘਿਰੇ ਹੋਏ ਨੇ। ਅੱਜ ਉਹਨਾਂ ਨੇ ਲੋਕ ਸਭਾ ਦੀ ਐਥਿਕਸ ਕਮੇਟੀ ਸਦਾਚਾਰ ਕਮੇਟੀ ਤੇ ਨਿਸ਼ਾਨੇ ਲਗਾਏ ਨੇ। ਮਹੁਆ ਨੇ ਸੋਸ਼ਲ ਮੀਡੀਆ ਪਲੇਟਫਾਰਮ X ਤੇ ਇੱਕ ਕਾਰਟੂਨ ਪੋਸਟ ਕੀਤਾ। ਇਸ ਕਾਰਟੂਨ ਤੇ ਲਿਖਿਆ ਕਿ ਜਦ ਤੱਕ ਦੂਸਰੀ ਤਰਫ ਸੱਤਾ ਪਕਸ਼ ਵੱਲ ਨਾ ਹੋ ਨੈਤਿਕਤਾ ਬਣਾਏ ਰੱਖੋ। ਕਾਰਟੂਨ ਵਿੱਚ ਐਥਿਕਸ ਕਮੇਟੀ ਅਤੇ ਮਹੁਆ ਦੇ ਆਮਣੇ ਸਾਹਮਣੇ ਬੈਠੇ ਹੋਏ ਨੇ ਦਰਸਾਇਆ ਗਿਆ। ਦੋਨਾਂ ਦੇ ਵਿਚਕਾਰ ਸਵਾਲ ਜਵਾਬ ਹੁੰਦੇ ਵੀ ਦਿਖਾਏ ਗਏ ਨੇ। ਮਹੁਆ ਦੇ ਨਾਲ ਵਾਲੀ ਕੁਰਸੀ ਦੇ ਸਾਹਮਣੇ ਰੂਲਿੰਗ ਪਾਰਟੀ ਕੇਂਦਰ ਸਰਕਾਰ ਲਿਖਿਆ। ਕੁਰਸੀ ਤੇ ਭਾਜਪਾ ਦਾ ਚੋਣ ਨਿਸ਼ਾਨ ਕਮਲ ਦਾ ਫੁੱਲ ਬਣਿਆ। TMC ਸਾਂਸਦ ਮਹੁਆ ਨੇ ਇਸ ਪੋਸਟ ਨੂੰ ਐਥਿਕਸ ਕਮੇਟੀ ਤੇ ਸਿੱਧੇ ਨਿਸ਼ਾਨੇ ਦੇ ਤੌਰ ਤੇ ਦੇਖਿਆ ਜਾ ਰਿਹਾ। ਦਰਅਸਲ ਕੈਸ਼ ਫॉर ਕੁਐਰੀ ਮਾਮਲੇ ਵਿੱਚ ਲੋਕ ਸਭਾ ਦੀ ਐਥਿਕਸ ਕਮੇਟੀ ਨੇ ਮਹੁਆ ਮਿੱਤਰਾ ਨੂੰ ਲੋਕ ਸਭਾ ਚੋਂ ਬਰਖਾਸਤ ਕਰਨ ਦੀ ਸਿਫਾਰਿਸ਼ ਕੀਤੀ ਹੈ। ਐਥਿਕਸ ਕਮੇਟੀ ਨੇ 10 ਨਵੰਬਰ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਆਪਣੀ ਰਿਪੋਰਟ ਭੇਜੀ ਹੈ। ਰਿਪੋਰਟ ਵਿੱਚ ਲਿਖਿਆ ਗਿਆ ਕਿ ਮਹੁਆ ਮਿੱਤਰਾ ਦਾ ਅਕਾਊਂਟ ਵਿਦੇਸ਼ ਵਿੱਚ 47 ਵਾਰ ਲੌਗਇਨ ਹੋਇਆ। TMC ਸੰਸਦ ਵੱਲੋਂ ਸੰਸਦ ਵਿੱਚ ਪੁੱਛੇ ਗਏ 61 ਸਵਾਲਾਂ ਵਿੱਚੋਂ 50 ਸਵਾਲ ਬਿਜ਼ਨਸਮੈਨ ਦਰਸ਼ਨ ਹੀਰਾਨੀਦਾਨੀ ਦੇ ਪਸੰਦ ਦੇ ਸਨ। ਏਅਰਪੋਰਟ 4 ਦਸੰਬਰ ਤੋਂ ਸ਼ੁਰੂ ਹੋ ਰਹੇ ਨੇ। ਸੰਸਦ ਦੇ ਵਿੰਟਰ ਸੈਸ਼ਨ ਵਿੱਚ ਲੋਕ ਸਭਾ 'ਚ ਰਿਪੋਰਟ ਪੇਸ਼ ਕੀਤੀ ਜਾਊਗੀ। ਇਸ ਵਿੱਚ ਮਹੁਆ ਦੀ ਮੈਂਬਰਸ਼ਿਪ ਰੱਦ ਕਰਨ ਦੀ ਸਿਫਾਰਿਸ਼ ਕੀਤੀ ਤੇ ਉਸ ਦਿਨ ਵੋਟਿੰਗ ਵੀ ਹੋ ਸਕਦੀ ਹੈ। ਐਥਿਕਸ ਕਮੇਟੀ ਨੇ ਮਹੁਆ ਮਿੱਤਰਾ ਨੂੰ 2 ਨਵੰਬਰ ਨੂੰ ਪੁੱਛਗਿੱਛ ਕੀਤੀ। ਇਸ ਤਰ੍ਹਾਂ ਮਹੁਆ ਪੁੱਛਗਿੱਛ ਦੇ ਵਿੱਚ ਹੀ ਛੱਡ ਕੇ ਬਾਹਰ ਆ ਗਈ ਸੀ ਤੇ ਮਹੁਆ ਨੇ ਕਿਹਾ ਸੀ ਕਮੇਟੀ ਦੇ ਚੇਅਰਮੈਨ ਵਿਨੋਦ ਸੋਨਕਰ ਨੇ ਸ਼ਬਦਾਂ ਦੇ ਜ਼ਰੀਏ ਮੇਰਾ ਕਰੈਕਟਰ ਅਸੈਸੀਨੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਮੇਟੀ ਵੱਲੋਂ ਪੁੱਛੇ ਗਏ ਸਵਾਲ ਬਹੁਤ ਹੀ ਘਟੀਆ ਸਨ, ਇਹ ਵੀ ਉਹਨਾਂ ਇਲਜ਼ਾਮ ਲਗਾਏ ਸਨ। ਅਸਲ ਭਾਰਤੀ ਜਨਤਾ ਪਾਰਟੀ ਦੇ ਸਾਂਸਦ ਨਿਸ਼ੀਕਾਂਤ ਦੁਬੇ ਨੇ 15 ਅਕਤੂਬਰ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਚਿੱਠੀ ਲਿਖੀ ਸੀ। ਉਹਨਾਂ ਨੇ ਚਿੱਠੀ ਵਿੱਚ ਮਹੁਆ ਮਿੱਤਰਾ ਤੇ ਦੋਸ਼ ਲਗਾਏ ਸਨ
कि महुआ ने संसद में सवाल पूछण दे लई बिजनेसमैन दर्शन हीरानंदानी तो पैसे ਅਤੇ ਤੋਹਫੇ ਲਏ ਨੇ। इस मामले ਨੂੰ ਲੈ ਕੇ स्पीकर ने एथिक्स कमेटी ਨੂੰ मामला सौंप ਦਿੱਤਾ ਸੀ और निशिकांत ने 21 अक्तूबर ਨੂੰ ਮਹੁਆ ਤੇ ਇੱਕ ਹੋਰ गंभीर दोष लगाਉਂਦੇ ਹੋਏ ਕਿਹਾ ਸੀ कि उन्होंने अपनी पोस्ट लिखा कुछ पैसे लेके एक संसद ने देश की सुरक्षा ਨੂੰ ही गिरवी रख ਦਿੱਤਾ ਸੀ। ਰਾਜਸਥਾਨ ਦੇ ਦਸੌਂਦਾ ਵਿੱਚ 5 ਸਾਲ ਦੀ ਇੱਕ ਬੱਚੀ ਦੇ ਨਾਲ ਸਬ ਇੰਸਪੈਕਟਰ ਨੇ ਮੂੰਹ ਕਾਲਾ ਕਰਨ ਦੀ ਇੱਕ ਮਸਲਾ ਸਾਹਮਣੇ ਆ। ਘਟਨਾ 10 ਨਵੰਬਰ ਦੀ ਦੇਰ ਰਾਤ ਮੈਡੀਕਲ ਬੋਰਡ ਨੇ ਪੀੜਤ ਦੀ ਜਾਂਚ ਕੀਤੀ। ਜਾਂਚ ਤੋਂ ਬਾਅਦ ਦੋਸਾ ਪੁਲਿਸ ਦੇ ਐਸਪੀ ਬੰਦਿਤਾ ਰਾਣਾ ਨੇ ਕਿਹਾ ਕਿ ਬੱਚੀ ਦੀ ਸਥਿਤੀ ਨਾਰਮਲ ਆ, ਉਹਨੂੰ ਗੰਭੀਰ ਚੋਟਾਂ ਨਹੀਂ ਆਈਆਂ, ਜ਼ਖਮੀ ਨਹੀਂ ਹੋਈ। ਦੂਜੇ ਪਾਸੇ ਦੋਸ਼ੀ ਸਬ ਇੰਸਪੈਕਟਰ ਭੁਪਿੰਦਰ ਸਿੰਘ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਸਸਪੈਂਡ ਕਰ ਦਿੱਤਾ ਗਿਆ और दोसा पुलिस ने दोषी ਨੂੰ गिरफ्तार करके रिमांड हासिल कर लिया। राजस्थान ने दोसा विच सब इंस्पैक्टर भुपिंदर सिंह ने सिपाही की एक 5 साल धी दे नाल माड़ा काम कीता गा और वारदात दा खुलासा होण तों बाद लोकां ने थाणे विच जम के हंगामा कीता और तोड़फोड़ भी की। दरअसल विच दोषी थाणे विच खुद नूं एक कमरे विच बंद कर लिया सी, लेकिन नाराज लोकां ने थाणे दा घिराव कीता। दोषी ਨੂੰ थाने की खिड़की तोड़ के बाहर कढ़िया गया और फिर चौराहे में लिया के उन्होंने घसीटिया गया, कुटिया गया और उसकी जी घटना बाद च वीडियो खूब वायरल हो गई। पीड़ित के पिता ने शिकायत लैके थाना पहुंचे तो कुछ लोगों ने फिर थानेदार की रज के कुटाई की हैगी। मामला धूड़ पकड़न तो बाद पुलिस ने देर रात सब इंस्पैक्टर भुपिंदर सिंह ਨੂੰ हिरासत ਵਿੱਚ ले लिया, उसनों सस्पेंड कर दिता गया और ਬੱਚੀ ਨੂੰ ਹਸਪਤਾਲ ਲਿਜਾਇਆ ਜਿੱਥੇ ਉਹਨਾਂ ਦਾ ਮੈਡੀਕਲ ਕਰਵਾਇਆ ਗਿਆ। ਇਸ ਮਸਲੇ 'ਚ ਏਐਸਪੀ ਅਤੇ ਮਾਮਲੇ ਲੈ ਕੇ ਇਨਵੈਸਟੀਗੇਸ਼ਨ ਆਫੀਸਰ ਸ਼ੰਕਰ ਲਾਲ ਮੀਨਾ ਐਫਐਸਐਲ ਟੀਮ ਨੂੰ ਲੈ ਕੇ ਘਟਨਾ ਸਥਾਨ ਤੇ ਪਹੁੰਚੇ ਅਤੇ ਮੌਕੇ ਦਾ ਮੁਆਇਨਾ ਕੀਤਾ ਗਿਆ ਔਰ ਉਸ ਤੋਂ ਬਾਅਦ 164 ਦੇ ਬਿਆਨ ਦਰਜ ਕੀਤੇ ਗਏ। ਦਿੱਲੀ ਐਨਸੀਆਰ ਵਿੱਚ ਪਏ ਮੀਂਹ ਤੋਂ ਬਾਅਦ ਹਵਾ 'ਚ ਪ੍ਰਦੂਸ਼ਣ ਘੱਟ ਹੋਇਆ। ਪੂਰੇ 2 ਹਫ਼ਤੇ ਬਾਅਦ ਦਿੱਲੀ ਵਿੱਚ 에ਅਰ ਕੁਆਲਿਟੀ ਇੰਡੈਕਸ 300 ਤੋਂ ਘੱਟ ਦਰਜ ਕੀਤਾ ਗਿਆ। शनिवार 11 नवंबर ਨੂੰ ਦਿੱਲੀ ਦਾ ਓਵਰਆਲ 에ਅਰ ਕੁਆਲਿਟੀ ਇੰਡੈਕਸ 219 ਰਿਹਾ। ਹਾਲਾਂਕਿ 에ਅਰ ਕੁਆਲਿਟੀ ਹਾਲੇ ਵੀ ਬਹੁਤ ਖਰਾਬ ਹੈ। ਇਸ ਤੋਂ ਪਹਿਲਾਂ 28 ਅਕਤੂਬਰ ਨੂੰ ਦਿੱਲੀ ਵਿੱਚ 에ਅਰ ਕੁਆਲਿਟੀ ਇੰਡੈਕਸ 286 ਰਿਕਾਰਡ ਕੀਤਾ ਗਿਆ। ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਮੀਂਹ ਤੋਂ ਬਾਅਦ ਦਿੱਲੀ ਵਿੱਚ ਲਗਭਗ 50% ਪ੍ਰਦੂਸ਼ਣ ਘੱਟ ਹੋ ਗਿਆ। ਹਾਲਾਂਕਿ ਮੀਂਹ ਦਾ ਅਸਰ ਕਦੋਂ ਤੱਕ ਰਹੇਗਾ ਇਹ ਕਹਿਣਾ ਮੁਸ਼ਕਿਲ ਹੈ। ਪਿਛਲੇ 2 ਹਫ਼ਤਿਆਂ ਦਿੱਲੀ ਦੇ ਜ਼ਿਆਦਾਤਰ ਇਲਾਕਿਆਂ ਵਿੱਚ 에ਅਰ ਕੁਆਲਿਟੀ ਇੰਡੈਕਸ 300 ਤੋਂ ਉੱਪਰ ਰਿਕਾਰਡ ਕੀਤਾ ਗਿਆ। ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਦੇ ਮੁਤਾਬਕ 9 ਨਵੰਬਰ ਦੀ ਰਾਤ ਵਿੱਚ ਬਾਰਿਸ਼ ਤੋਂ ਪਹਿਲਾਂ ਦਿੱਲੀ ਦਾ 에ਅਰ ਕੁਆਲਿਟੀ ਇੰਡੈਕਸ 437 ਰਿਕਾਰਡ ਕੀਤਾ ਗਿਆ। ਦਿੱਲੀ ਤੋਂ ਇਲਾਵਾ ਨੈਸ਼ਨਲ ਕੈਪੀਟਲ ਰੀਜਨ ਦੇ ਸ਼ਹਿਰਾਂ ਦੀ ਹਵਾ ਵੀ ਸਾਫ਼ ਹੋਈ ਹੈ। ਗ੍ਰੇਟਰ ਨੋਇਡਾ ਵਿੱਚ 에ਅਰ ਕੁਆਲਿਟੀ ਇੰਡੈਕਸ 131 ਦੇ ਨਾਲ ਹਵਾ ਸਾਫ਼ ਰਹੀ ਹੈ। ਨੋਇਡਾ ਵਿੱਚ 에ਅਰ ਕੁਆਲਿਟੀ ਇੰਡੈਕਸ 148, ਗੁਰੂਗ੍ਰਾਮ ਵਿੱਚ 181, ਫਰੀਦਾਬਾਦ 174 ਤੇ ਗਾਜ਼ੀਆਬਾਦ 'ਚ 157 ਰਿਹਾ। ਦਿੱਲੀ ਵਿੱਚ ਪ੍ਰਦੂਸ਼ਣ ਦਾ ਸਭ ਤੋਂ ਬੁਰਾ ਅਸਰ ਛੋਟੇ ਬੱਚਿਆਂ 'ਤੇ ਪੈ ਰਿਹਾ। ਸਾਹ ਲੈਣ ਵਿੱਚ ਮੁਸ਼ਕਿਲ ਆ ਰਹੀ ਹੈ। ਕਈ ਬੱਚਿਆਂ ਨੂੰ ਹਸਪਤਾਲ ਵਿੱਚ ਆਕਸੀਜਨ ਦੀ ਸਪੋਰਟ 'ਤੇ ਰੱਖਿਆ ਗਿਆ। ਲੰਗ ਇੰਡੀਆ ਜਰਨਲ ਵਿੱਚ ਸਾਲ 2021 ਵਿੱਚ ਪਬਲਿਸ਼ ਇੱਕ ਸਟੱਡੀ ਵਿੱਚ ਦੱਸਿਆ ਗਿਆ ਕਿ ਦਿੱਲੀ ਵਿੱਚ ਸਕੂਲ ਜਾਣ ਵਾਲੇ ਹਰ 3 ਚੋਂ 1 ਜਿਹੜਾ ਬੱਚਾ ਉਹ ਦਮੇ ਦਾ ਸ਼ਿਕਾਰ ਹੈ। ਦੂਜੇ ਪਾਸੇ ਲੇਸੈਂਟ ਮੈਡੀਕਲ ਜਰਨਲ ਦੇ ਇੱਕ ਸਟੱਡੀ ਮੁਤਾਬਕ ਇਹ ਵੀ ਕਿਹਾ ਕਿ ਭਾਰਤ ਵਿੱਚ ਹਵਾ ਪ੍ਰਦੂਸ਼ਣ ਦੇ ਕਾਰਨ 2019 ਵਿੱਚ 16,70,000 ਲੋਕਾਂ ਦੀ ਜਿਹੜੀ ਆ ਸਾਹ ਘੁੱਟਣ ਦੇ ਨਾਲ ਮੌਤ ਹੋਈ ਸੀ। ਇਸ ਮਸਲੇ ਸੁਪਰੀਮ ਕੋਰਟ ਕਾਫੀ ਸਖਤ ਹੈ। ਸੁਪਰੀਮ ਕੋਰਟ ਵੀ ਕਹਿ ਚੁੱਕਾ ਪ੍ਰਦੂਸ਼ਣ ਮਾਮਲੇ ਦੇ ਵਿੱਚ ਕਿ ਸਾਨੂੰ ਨਤੀਜੇ ਚਾਹੀਦੇ ਨੇ। ਚੀਫ ਜਸਟਿਸ ਸੁਪਰੀਮ ਕੋਰਟ ਦੇ ਜਸਟਿਸ ਸੰਜੇ ਕਿਸ਼ਨ ਕੌਲ ਅਤੇ ਜਸਟਿਸ ਅਸਾਨੂਦੀਨ ਉਮਲੱਲਾ ਦੇ ਬੈਂਚ ਨੇ ਕਿਹਾ ਕਿ ਹਰ ਸਾਲ ਅਸੀਂ ਇਹੀ ਮਸਲਾ ਦੇ ਤੇ ਜਦੋਂ ਅਸੀਂ ਇੰਟਰਵੀਨ ਕਰਦੇ ਨੇ ਉਦੋਂ ਹੀ ਕਿਉਂ ਐਕਸ਼ਨ ਲਿਆ ਜਾਂਦਾ ਹੈ। ਉੱਤਰਾਖੰਡ ਵਿੱਚ ਯੂਨੀਫਾਰਮ ਸਿਵਲ ਕੋਡ ਅਗਲੇ ਹਫ਼ਤੇ ਲਾਗੂ ਕੀਤਾ ਜਾ ਸਕਦਾ। ਰਿਪੋਰਟਾਂ ਦੇ ਮੁਤਾਬਕ ਰੰਜਨਾ ਦਸਾਈ ਦੀ ਪ੍ਰਧਾਨਗੀ ਵਿੱਚ ਬਣੀ ਕਮੇਟੀ 1-2 ਦਿਨਾਂ ਦੇ ਅੰਦਰ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੂੰ ਰਿਪੋਰਟ ਸੌਂਪ ਸਕਦੀ ਹੈ। ਇਸ ਨੂੰ ਲੈ ਕੇ ਦੀਵਾਲੀ ਤੋਂ ਬਾਅਦ ਰਾਜ ਵਿੱਚ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਵੀ ਬੁਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਰਿਪੋਰਟ ਨੂੰ ਸਦਨ ਵਿੱਚ ਪੇਸ਼ ਕੀਤਾ ਜਾਊਗਾ। ਯੂਨੀਫਾਰਮ ਸਿਵਲ ਕੋਡ ਵਿੱਚ ਬਹੁ ਵਿਆਹ ਤੇ ਰੋਕ, ਲਿਵ ਇਨ ਰਿਲੇਸ਼ਨਸ਼ਿਪ ਦਾ ਗੈਰ ਜ਼ਰੂਰੀ ਰਜਿਸਟ੍ਰੇਸ਼ਨ ਅਤੇ ਔਰਤਾਂ ਦੇ ਵਿਆਹ ਦੀ ਉਮਰ 18 ਸਾਲ ਕੀਤੇ ਜਾਣ ਵਰਗੇ ਨਿਯਮ ਨੇ। ਅਗਰ ਇਸ ਕਾਨੂੰਨ ਨੂੰ ਮਨਜ਼ੂਰੀ ਮਿਲ ਸਕਦੀ ਤਾਂ ਉੱਤਰਾਖੰਡ ਦੇਸ਼ ਦਾ ਪਹਿਲਾ ਸੂਬਾ ਬਣ ਜਾਏਗਾ ਜਿੱਥੇ ਯੂਨੀਫਾਰਮ ਸਿਵਲ ਕੋਡ ਲਾਗੂ ਕੀਤਾ ਜਾਏਗਾ। ਕਾਂਗਰਸ ਪਾਰਟੀ ਦੇ ਲੋਕ ਸਭਾ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਵਿੱਚ ਜਨ ਕੇਂਦਰਿਤ ਸ਼ਾਸਨ ਪੀਪਲ ਸੈਂਟਰ ਗਵਰਨੈਂਸ ਲਿਆਉਣ ਦਾ ਸਮਾਂ ਆ ਗਿਆ। ਉਹਨਾਂ ਨੇ ਤੇਲੰਗਾਨਾ ਵਿੱਚ
ਕੀਤੇ ਗਏ ਦੌਰੇ ਦਾ ਇੱਕ ਵੀਡੀਓ YouTube ਤੇ ਸ਼ੇਅਰ ਕੀਤਾ, ਜਿਸ ਵਿੱਚ ਰਾਹੁਲ ਗਾਂਧੀ ਨੇ 2020 ਵਿੱਚ ਇੱਕ ਆਪਣੀ ਜੀਵਨ ਲੀਲਾ ਖਤਮ ਕਰਨ ਵਾਲੇ ਇੱਕ ਕਿਸਾਨ ਪਰਿਵਾਰ ਦੇ ਨਾਲ ਮੁਲਾਕਾਤ ਕਰਦੇ ਦਿਖਾਇਆ ਗਿਆ। ਵੀਡੀਓ ਵਿੱਚ ਇੱਕ ਕੈਪਸ਼ਨ ਵਿੱਚ ਕਾਂਗਰਸ ਦੇ ਸਾਂਸਦ ਨੇ ਤੇਲੰਗਾਨਾ ਵਿੱਚ ਕਾਂਗਰਸ ਦੇ ਚੁਣਾਵੀ ਵਾਅਦੇ ਨੂੰ ਦੁਹਰਾਇਆ। ਰਾਹੁਲ ਗਾਂਧੀ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਇੱਕ ਵਾਰ ਕਿਹਾ ਸੀ ਕਿ ਸਭ ਤੋਂ ਮਹੱਤਵਪੂਰਨ ਆਵਾਜ਼ ਲਾਈਨ ਦੇ ਵਿੱਚ ਖੜੇ ਆਖਰੀ ਵਿਅਕਤੀ ਦੀ ਵੀ ਹੁੰਦੀ ਹੈ। ਕੁਮਾਰੇ ਚੰਦਰਿਆ ਦੀ ਵੀ ਇੱਕ ਅਜਿਹੀ ਆਵਾਜ਼ ਸੀ। ਉਹ ਤੇਲੰਗਾਨਾ ਦੇ ਇੱਕ ਛੋਟਾ ਕਿਸਾਨ ਸੀ ਜੋ ਆਪਣੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸੰਘਰਸ਼ ਕਰ ਰਿਹਾ ਸੀ। ਉਹ ਕਰਜ਼ ਦੇ ਬੋਝ ਹੇਠਾਂ ਦੱਬਿਆ ਹੋਇਆ ਸੀ। ਉਹਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਅਗਰ ਉਹਨੂੰ ਸਹੀ ਸਮੇਂ ਸਰਕਾਰੀ ਸਹਾਇਤਾ ਦਿੱਤੀ ਹੁੰਦੀ ਤਾਂ ਉਹ ਅੱਜ ਸਾਡੇ ਵਿਚਕਾਰ ਜਿੰਦਾ ਹੁੰਦਾ। BRS ਸਰਕਾਰ ਤੇਲੰਗਾਨਾ ਲੋਕਾਂ ਦੀ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਅਸਫਲ ਸਾਬਤ ਹੋਈ ਹੈ। ਦਿੱਲੀ ਦੇ ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ਆਪਣੀ ਬਿਮਾਰ ਪਤਨੀ ਸੀਮਾ ਨੂੰ ਮਿਲਣ ਘਰ ਪਹੁੰਚੇ। ਇੱਕ ਦਿਨ ਪਹਿਲਾਂ ਹੀ ਦਿੱਲੀ ਦੀ ਇੱਕ ਅਦਾਲਤ ਨੇ ਸ਼ਰਾਬ ਨੀਤੀ ਕੇਸ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਸਿਸੋਦੀਆ ਨੂੰ ਮਿਲਣ ਦੀ ਆਗਿਆ ਦਿੱਤੀ ਸੀ। ਆਪ ਨੇਤਾ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਸੀਮਾ ਸਿਸੋਦੀਆ ਦੇ ਨਾਲ ਰਹਿ ਸਕਦੇ ਨੇ। ਹਾਲਾਂਕਿ ਕੋਰਟ ਨੇ ਮਨੀਸ਼ ਸਿਸੋਦੀਆ ਨੂੰ ਨਿਰਦੇਸ਼ ਦਿੱਤੇ ਸਨ ਕਿ ਇਸ ਦੌਰਾਨ ਉਹ ਮੀਡੀਆ ਜਾਂ ਕਿਸੇ ਹੋਰ ਰਾਜਨੇਤਾ ਤੋਂ ਦੂਰ ਬਣਾਈ ਰੱਖਣਗੇ, ਨਹੀਂ ਮਿਲਣਗੇ ਤੇ ਨਾ ਹੀ ਕੋਈ ਬਿਆਨ ਜਾਰੀ ਕਰਨਗੇ। ਸਿਸੋਦੀਆ ਨੇ 9 ਨਵੰਬਰ ਨੂੰ ਕੋਰਟ ਵਿੱਚ ਪਟੀਸ਼ਨ ਦਾਖਲ ਕਰਕੇ ਆਪਣੀ ਬਿਮਾਰ ਪਤਨੀ ਨੂੰ ਮਿਲਣ ਦੀ ਲਈ 5 ਦਿਨ ਦਾ ਸਮਾਂ ਮੰਗਿਆ ਸੀ। ਇਸ ਤੋਂ ਪਹਿਲਾਂ ਮਨੀਸ਼ ਸਿਸੋਦੀਆ ਨੇ ਜੂਨ 2023 ਵਿੱਚ 103 ਦਿਨ ਬਾਅਦ ਆਪਣੀ ਉਹ ਪਤਨੀ ਸੀਮਾ ਸਿਸੋਦੀਆ ਨੂੰ ਮਿਲੇ ਹਨ। ਮਨੀਸ਼ਾ ਜਿਸ ਘਰ ਵਿੱਚ ਪਹੁੰਚੇ ਨੇ ਫਿਲਹਾਲ ਦਿੱਲੀ ਦੀ ਮੌਜੂਦਾ ਸਿੱਖਿਆ ਮੰਤਰੀ ਆਤਸ਼ੀ ਵੀ ਰਹਿ ਰਹੀ ਆ। ਮਨੀਸ਼ ਦੇ ਅਸਤੀਫੇ ਤੋਂ ਬਾਅਦ ਇਹ ਘਰ ਆਤਸ਼ੀ ਨੂੰ ਅਲਾਟ ਕਰ ਦਿੱਤਾ ਗਿਆ ਸੀ। ਮਨੀਸ਼ ਸਿਸੋਦੀਆ ਦੀ ਪਤਨੀ ਸੀਮਾ ਸਿਸੋਦੀਆ ਮਲਟੀਪਲ ਸਕੈਰੋਲੋਜ਼ਮ ਨਾਮ ਦੀ ਇੱਕ ਬਿਮਾਰੀ ਤੋਂ ਪੀੜਤ ਹੈ। ਮਲਟੀਪਲ ਸਕੈਰੋਲੋਜ਼ਮ ਇੱਕ ਨਿਊਰੋਲੋਜੀਕਲ ਬਿਮਾਰੀ ਹੈ। ਇਸ ਵਿੱਚ ਦਿਮਾਗੀ ਨਾੜਾਂ ਦੀ ਕਵਰਿੰਗ ਨੂੰ ਕਿਸੇ ਵਜ੍ਹਾ ਨੂੰ ਲੈ ਕੇ ਇਹ ਬਿਮਾਰੀ ਦੱਸੀ ਜਾਂਦੀ ਹੈ। ਇਹ ਸੈਂਟਰਲ ਨਰਵਸ ਸਿਸਟਮ ਨੂੰ ਪ੍ਰਭਾਵਿਤ ਕਰਦੀ ਹੈ। ਇਸ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆਉਣ ਲੱਗ ਪੈਂਦੀਆਂ। ਕਈ ਵਾਰ ਬੋਡੀ ਦੇ ਕਈ ਪਾਰਟ ਜਿਹੜੇ ਨੇ ਉਹ ਸੁੰਨ ਹੋ ਜਾਂਦੇ ਨੇ ਜਾਂ ਆਪਸ ਵਿੱਚ ਕੋਆਰਡੀਨੇਟ ਨਹੀਂ ਕਰ ਪਾਉਂਦੇ। ਇਸ ਬਿਮਾਰੀ ਤੋਂ ਪੀੜਤ ਇੱਕ ਵਿਅਕਤੀ ਡਿਪਰੈਸ਼ਨ ਦਾ ਵੀ ਸ਼ਿਕਾਰ ਹੋ ਸਕਦਾ। ਜੂਨ ਮਹੀਨੇ ਵਿੱਚ ਵੀ ਮਨੀਸ਼ ਸਿਸੋਦੀਆ ਨੂੰ ਆਪਣੀ ਪਤਨੀ ਨੂੰ ਮਿਲਣ ਦੀ ਪਰਮਿਸ਼ਨ ਮਿਲੀ ਸੀ, ਲੇਕਿਨ ਉਦੋਂ ਮਿਲ ਨਹੀਂ ਸਕੇ ਸੀ ਕਿਉਂਕਿ ਜਦੋਂ ਮਨੀਸ਼ ਸਿਸੋਦੀਆ ਘਰ ਪਹੁੰਚੇ ਉਸ ਤੋਂ ਪਹਿਲਾਂ ਉਹਨਾਂ ਦੀ ਪਤਨੀ ਦੀ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਕੋਰਟ ਨੇ ਉਹਨਾਂ ਨੂੰ ਹਸਪਤਾਲ ਜਾਣ ਦੀ ਪਰਮਿਸ਼ਨ ਨਹੀਂ ਦਿੱਤੀ ਸੀ। ਇਸ ਵਜ੍ਹਾ ਨਾਲ ਜ਼ਮਾਨਤ ਮਿਲਣ ਦੇ ਬਾਵਜੂਦ ਮਨੀਸ਼ ਸਿਸੋਦੀਆ ਆਪਣੀ ਪਤਨੀ ਨੂੰ ਨਹੀਂ ਮਿਲ ਸਕੇ ਤੇ 7 ਘੰਟੇ ਬਾਅਦ ਵਾਪਸ ਤਿਹਾੜ ਜੇਲ੍ਹ ਪਹੁੰਚ ਗਏ ਸਨ। ਆਗਰਾ ਦੇ ਬ੍ਰਹਮ ਕੁਮਾਰੀ ਆਸ਼ਰਮ ਦੇ ਵਿੱਚ ਦੇਰ ਰਾਤ 2 ਸਕੀਆਂ ਭੈਣਾਂ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਇੱਕ ਕਮਰੇ ਵਿੱਚ ਅਲੱਗ-ਅਲੱਗ ਉਹਨਾਂ ਦੇ ਜਿਹੜੇ ਲੋਥਾਂ ਉਹ ਲਟਕੀਆਂ ਸੀ ਔਰ ਆਪਣੀ ਜੀਵਨ ਲੀਲਾ ਖਤਮ ਕਰਨ ਤੋਂ ਪਹਿਲਾਂ ਦੋਨਾਂ ਭੈਣਾਂ ਨੇ ਇੱਕ ਨੋਟ ਵੀ ਲਿਖਿਆ। ਇੱਕ ਨੇ 3, ਦੂਸਰੀ ਨੇ 1 ਪੇਜ ਦਾ ਨੋਟ ਲਿਖਿਆ। ਇਸ ਵਿੱਚ ਬ੍ਰਹਮ ਕੁਮਾਰੀ ਦੇ ਗਰੁੱਪ ਅਤੇ ਮਾਪਿਆਂ ਦੇ ਇੱਕ WhatsApp ਤੇ ਵੀ ਇਹ ਨੋਟਸ ਭੇਜੇ ਗਏ। ਹਾਲਾਂਕਿ ਜਦੋਂ ਤੱਕ ਜਿਹੜੇ ਮਾਪਿਆਂ ਤੇ ਸੰਸਥਾ ਦੇ ਲੋਕਾਂ ਤੱਕ ਉਹਨਾਂ ਦੇ ਲਿਖੇ ਹੋਏ ਨੋਟਸ ਪਹੁੰਚੇ ਤਦ ਤੱਕ ਉਹਨਾਂ ਦੋਨਾਂ ਦੀ ਮੌਤ ਹੋ ਚੁੱਕੀ ਸੀ। ਆਪਣੀ ਜੀਵਨ ਲੀਲਾ ਖਤਮ ਕਰਨ ਵਾਲੀਆਂ ਭੈਣਾਂ ਦਾ ਨਾਮ ਏਕਤਾ ਅਤੇ ਸ਼ਿਖਾ। 15 ਸਾਲ ਪਹਿਲੇ ਦੋਨਾਂ ਨੇ ਬ੍ਰਹਮ ਕੁਮਾਰੀ ਆਸ਼ਰਮ ਤੋਂ ਹੀ ਸਿੱਖਿਆ ਲਈ ਸੀ। ਆਪਣੇ ਨੋਟ ਵਿੱਚ ਉਹਨਾਂ ਨੇ ਆਸ਼ਰਮ ਦੇ ਨਾਲ ਜੁੜੀ ਇੱਕ ਔਰਤ ਸਮੇਤ 4 ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ। ਇਸ ਵਿੱਚ ਇਹਨਾਂ 4 ਤੇ ਅਨੈਤਿਕ ਗਤੀਵਿਧੀਆਂ ਕਾਰਨ ਅਤੇ ਪੈਸੇ ਹੜੱਪਣ ਦੇ ਦੋਸ਼ ਲੱਗੇ ਨੇ। ਪੁਲਿਸ ਨੇ ਇਹਨਾਂ ਵਿੱਚੋਂ 2 ਜਾਣਿਆਂ ਨੂੰ ਗ੍ਰਿਫਤਾਰ ਕਰ ਲਿਆ। ਇਹ ਵੀ ਨੋਟ ਵਿੱਚ ਦੋਸ਼ ਲਗਾਏ ਨੇ ਕਿ ਆਸ਼ਰਮ ਵਿੱਚ ਕਈ ਭੈਣਾਂ ਨੇ ਪਹਿਲੇ ਹੀ ਆਪਣੀ ਜੀਵਨ ਲੀਲਾ ਖਤਮ ਕੀਤੀ ਹੈ, ਲੇਕਿਨ ਅਜਿਹੇ ਮਾਮਲਿਆਂ ਨੂੰ ਛੁਪਾ ਲਿਆ ਜਾਂਦਾ। ਜਿਸ ਆਸ਼ਰਮ ਵਿੱਚ ਘਟਨਾ ਹੋਈ ਹੈ ਉਹ ਆਗਰਾ ਦੇ ਥਾਣਾ ਜਗਨੇਰ ਵਿੱਚ ਸਥਿਤ ਹੈ। ਦੋਨਾਂ ਭੈਣਾਂ ਦਾ ਘਰ ਆਸ਼ਰਮ ਤੋਂ ਕਰੀਬ 13 ਕਿਲੋਮੀਟਰ ਦੂਰ ਹੈ। ਜਿਸ ਵਕਤ ਇਹ ਕਾਂਡ ਹੋਇਆ ਉਸ ਵਕਤ ਆਸ਼ਰਮ ਵਿੱਚ ਦੋਨਾਂ ਭੈਣਾਂ ਤੋਂ ਇਲਾਵਾ ਇੱਕ ਹੋਰ ਔਰਤ ਵੀ ਮੌਜੂਦ ਸੀ। ਉਹ ਦੂਸਰੇ ਕਮਰੇ ਵਿੱਚ ਸੀ। ਮੌਕੇ ਤੇ ਪਹੁੰਚੇ ACP ਖੇਰਾਗੜ੍ਹ ਰਮੇਸ਼ ਕੁਮਾਰ ਨੇ ਦੱਸਿਆ ਕਿ ਰਾਤ 12 ਵਜੇ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬ੍ਰਹਮ ਕੁਮਾਰੀ ਆਸ਼ਰਮ ਵਿੱਚ 2 ਭੈਣਾਂ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਿਆ। ਮੌਕੇ ਤੇ ਫੋਰੈਂਸਿਕ ਜਾਂਚ ਕੀਤੀ ਗਈ। ਕਮਰੇ ਦੇ ਵਿੱਚ ਨੋਟ ਅਤੇ ਮੋਬਾਈਲ ਫੋਨ ਵੀ ਮਿਲੇ ਨੇ, ਉਹ ਪੁਲਿਸ ਨੇ ਕਬਜ਼ੇ ਵਿੱਚ ਲੈ ਲਏ ਨੇ। ਉਸ ਵਿੱਚ ਕਈ ਜਾਣਕਾਰੀਆਂ ਹਾਸਲ ਹਨ। ਪੋਸਟਮਾਰਟਮ ਲਈ ਦੋਨਾਂ ਦੀਆਂ ਲਾਸ਼ਾਂ ਭੇਜ ਦਿੱਤੀਆਂ ਗਈਆਂ। ਕਮਰੇ ਵਿੱਚ ਜੋ ਨੋਟ ਮਿਲਿਆ ਉਸ ਵਿੱਚ 4 ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਇਹ ਨੇ ਨੀਰਜ ਅਗਰਵਾਲ, ਗੁੱਡਨ, ਪੂਨਮ ਅਤੇ ਤਾਰਾ ਚੰਦ। ਗੁੱਡਨ ਦੋਨਾਂ ਦਾ ਮਾਸਰ ਸੀ, ਜਦ ਕਿ ਨੀਰਜਾ
ਰਿਸ਼ਤੇਦਾਰ। ਪੂਨਮ ਬ੍ਰਹਮ ਕੁਮਾਰੀ ਆਸ਼ਰਮ ਗਵਾਲੀਅਰ ਦੇ ਨਾਲ ਜੁੜੀ ਹੈ। ਦੋਸ਼ ਹੈ ਕਿ ਨੀਰਜ ਤੇ ਪੂਰਨਮ ਨੇ ਹੀ ਆਸ਼ਰਮ ਬਣਾਉਣ ਲਈ ਇਹਨਾਂ ਤੋਂ 25 ਲੱਖ ਰੁਪਏ ਲਏ ਸੀ। ਪੁਲਿਸ ਨੇ ਗੁੱਡਨ ਅਤੇ ਤਾਰਾ ਚੰਦ ਨੂੰ ਗ੍ਰਿਫਤਾਰ ਕਰ ਲਿਆ। ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਨੇ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੇਲੰਗਾਨਾ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਕੰਦਰਾਬਾਦ ਜਨ ਸਭਾ ਨੂੰ ਸੰਬੋਧਨ ਕੀਤਾ। ਪਿਛਲੇ 42 ਦਿਨਾਂ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤੇਲੰਗਾਨਾ ਦੇ ਵਿੱਚ ਇਹ ਦੂਜਾ ਦੌਰਾ। ਇਸ ਤੋਂ ਪਹਿਲਾਂ 1 ਅਕਤੂਬਰ ਨੂੰ ਮਹਿਬੂਬ ਨਗਰ, 3 ਅਕਤੂਬਰ ਨੂੰ ਨਿਜ਼ਾਮਾਬਾਦ ਵਿਖੇ ਹੋਈ ਰੈਲੀ ਨੂੰ ਵੀ ਸੰਬੋਧਨ ਕਰ ਚੁੱਕੇ ਨੇ। ਉਹ ਦੂਜੇ ਪਾਸੇ 7 ਨਵੰਬਰ ਨੂੰ ਵੀ ਉਹ ਹੈਦਰਾਬਾਦ ਗਏ ਸੀ। ਉੱਥੇ ਉਹਨਾਂ ਨੇ LB ਸਟੇਡੀਅਮ ਵਿੱਚ BC ਆਤਮਾ ਗੌਰਵ ਰੈਲੀ 'ਚ ਵੀ ਹਿੱਸਾ ਲਿਆ ਸੀ। ਮੰਚ ਦੇ ਉਹਨਾਂ ਨਾਲ ਐਕਟਰ ਅਤੇ ਜਨ ਸੈਨਾ ਪ੍ਰਮੁੱਖ ਪਵਨ ਕਲਿਆਣ ਵੀ ਮੌਜੂਦ ਆ। 30 ਨਵੰਬਰ ਨੂੰ ਹੋਣ ਵਾਲੇ ਤੇਲੰਗਾਨਾ ਚੁਣਾਵ ਵਿੱਚ ਜਨ ਸੈਨਾ ਪਾਰਟੀ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਕੀਤਾ ਹੈ। ਈਡੀ ਨੇ ਲੈਂਡ ਫॉर ਜੌਬ ਜੁੜੇ ਮਾਮਲੇ ਵਿੱਚ ਲਾਲੂ ਪਰਿਵਾਰ ਦੇ ਕਰੀਬੀ ਅਮਿਤ ਕਰਤਿਆਲ ਨੂੰ ਹਿਰਾਸਤ ਵਿੱਚ ਲਿਆ। ਈਡੀ ਨੇ ਜਾਂਚ ਦੌਰਾਨ ਇਹ ਕਾਰਵਾਈ ਕੀਤੀ ਹੈ। ਏਜੰਸੀ ਦੀ ਪੁੱਛਗਿੱਛ ਦੌਰਾਨ ਜਾਰੀ ਕੀਤੇ ਗਏ ਸੰਮਨ ਤੋਂ ਕਰਤਿਆਲ ਕਰੀਬ 2 ਮਹੀਨਿਆਂ ਤੋਂ ਬਚ ਰਹੇ ਸੀ। ਈਡੀ ਨੇ ਅਧਿਕਾਰੀਆਂ ਨੂੰ PMLA ਮਨੀ ਲਾਂਡਰਿੰਗ ਐਕਟ ਦੇ ਤਹਿਤ ਹੀ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ। ਕਰਤਿਆਲ ਨੇ ਕਈ ਠਿਕਾਣਿਆਂ ਤੇ ਈਡੀ ਨੇ ਛਾਪੇਮਾਰੀ ਵੀ ਕੀਤੀ ਸੀ। ਈਡੀ ਦੇ ਅਨੁਸਾਰ ਕਰਤਿਆਲ ਰਾਸ਼ਟਰੀ ਜਨਤਾ ਦਲ ਪ੍ਰਮੁੱਖ ਦੇ ਕਰੀਬੀ ਸਹਿਯੋਗੀ ਹੋਣ ਦੇ ਨਾਲ AK ਇਨਫੋਸਿਸ ਸਿਸਟਮ ਪ੍ਰਾਈਵੇਟ ਲਿਮਟਿਡ ਦੇ ਸਾਬਕਾ ਡਾਇਰੈਕਟਰ ਵੀ ਰਹੇ ਨੇ। AK ਇਨਫੋਸਿਸ ਸਿਸਟਮ ਪ੍ਰਾਈਵੇਟ ਲਿਮਟਿਡ ਇਸ ਮਾਮਲੇ ਵਿੱਚ ਕਥਿਤ ਲਾਭਪਾਤਰੀ ਕੰਪਨੀਆਂ ਅਤੇ ਇਸ ਦਾ ਰਜਿਸਟਰਡ ਆਫਿਸ ਦੱਖਣੀ ਦਿੱਲੀ ਦੇ ਨਿਊ ਫਰੈਂਚ ਕਲੋਨੀ ਸਥਿਤ ਇੱਕ ਭਵਨ ਵਿਖੇ ਹੈ, ਜਿਸ ਦਾ ਇਸਤੇਮਾਲ ਤੇਜਸਵੀ ਵੀ ਕਰਦੇ ਨੇ। ਮੀਡੀਆ ਰਿਪੋਰਟ ਦੀ ਅਗਰ ਮੰਨੀ ਤਾਂ ਅਮਿਤ ਕਰਤਿਆਲ ਉਹੀ ਕਾਰੋਬਾਰ ਹੈ ਜਿਸ ਨੇ ਰਾਬੜੀ ਦੇਵੀ ਸਰਕਾਰ ਵਿੱਚ ਪਟਨਾ ਵਿੱਚ ਬਿਹਾਰ ਵਿੱਚ ਬੀਅਰ ਫੈਕਟਰੀ ਲਗਾਈ ਸੀ। ਈਡੀ ਅਤੇ CBI ਦਾ ਦੋਸ਼ ਹੈ ਕਿ ਇਸ ਕਾਰੋਬਾਰ ਦੇ ਜ਼ਰੀਏ ਲੈਂਡ ਫॉर ਜੌਬ ਦਾ ਖੇਡ ਹੋਈ ਹੈ। ਕਰਤਿਆਲ ਦੀ ਕਰੋੜਾਂ ਰੁਪਏ ਦੀ ਜਿਹੜੀ ਪ੍ਰਾਪਰਟੀ ਆ ਉਹ ਤੇਜਸਵੀ ਦੇ ਨਾਮ ਕਰ ਦਿੱਤੀ ਗਈ ਸੀ। ਜਾਂਚ ਏਜੰਸੀ ਦੇ ਮੁਤਾਬਕ ਰਾਬੜੀ ਦੇਵੀ ਦੇ ਸ਼ਾਸਨ ਕਾਲ ਵਿੱਚ ਅਮਿਤ ਕਰਤਿਆਲ ਦੀ ਕੰਪਨੀ ਨੇ ਬਿਹਾਟਾ ਵਿੱਚ ਆਈਸਬਰਗ ਇੰਡਸਟਰੀ ਬੀਅਰ ਫੈਕਟਰੀ ਲਗਾਈ ਸੀ। ਬਾਅਦ ਵਿੱਚ ਇਸ ਅਮਿਤ ਕਰਤਿਆਲ ਨੇ ਆਪਣੇ ਨਾਮ ਤੇ AK ਇਨਫੋਸਿਸਟਮ ਕੰਪਨੀ ਨਾਮਕ ਇੱਕ ਹੋਰ ਕੰਪਨੀ ਬਣਾਈ। ਇਸ ਕੰਪਨੀ ਦੇ ਨਾਮ ਤੇ ਅਕੂਤ ਪ੍ਰਾਪਰਟੀ ਬਣਾਈ ਗਈ। ਫਿਰ ਇੱਕ ਦਿਨ ਅਚਾਨਕ ਲਾਲੂ ਪਰਿਵਾਰ ਇਸ ਕੰਪਨੀ ਦਾ ਮਾਲਕ ਹੋ ਗਿਆ। ਹਰਿਆਣਾ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਜਮੁਨਾਨਗਰ ਤੋਂ ਬਾਅਦ ਅੰਬਾਲਾ ਜ਼ਿਲ੍ਹੇ ਵਿੱਚ ਵੀ ਬੀਤੇ ਦਿਨ 2 ਪਿੰਡਾਂ ਵਿੱਚ 7 ਲੋਕਾਂ ਦੀ ਸ਼ੱਕੀ ਸਥਿਤੀਆਂ ਵਿੱਚ ਮੌਤ ਹੋਣ ਦੀ ਖਬਰ ਆ। ਸ਼ੱਕ ਜਤਾਇਆ ਜਾ ਰਿਹਾ ਕਿ ਇਹਨਾਂ ਦੀ ਮੌਤ ਦੀ ਵਜ੍ਹਾ ਵੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈ ਆ। ਮਾਪਿਆਂ ਨੇ ਕਈਆਂ ਦਾ ਅੰਤਮ ਸੰਸਕਾਰ ਕਰ ਦਿੱਤਾ, ਜਦਕਿ ਪੁਲਿਸ ਨੇ ਕੁਝ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਨ ਗਵਾਉਣ ਵਾਲੇ ਪਿੰਡਾਂ ਵਿੱਚ ਅੰਬਾਲਾ ਦੇ ਸੁਹਾਣਾ ਦੇ ਨਿਵਾਸੀ ਨਿਸ਼ਾਰ ਅਲੀ ਉਮਰ 50 ਸਾਲ, ਮੁਹੰਮਦ ਅਲੀ, ਧਨੀ ਰਾਮ, ਚੂਚਾ ਰਾਮ ਤੇ ਅਜੈਬ ਸਿੰਘ ਸ਼ਾਮਲ ਹਨ। ਦੂਜੇ ਪਾਸੇ 45 ਸਾਲ ਦੇ ਰਾਜੂ ਪੁੱਤਰ ਤੁਨੀ ਰਾਮ ਦੀ ਮੌਤ ਹੋ ਚੁੱਕੀ। ਹਾਲਾਂਕਿ ਇਸ ਦੀ ਮੌਤ ਮਾਪੇ ਹਾਰਟ ਅਟੈਕ ਨਾਲ ਦੱਸ ਰਹੇ। ਦੂਜੇ ਪਾਸੇ ਪਿੰਡ ਅਲੀਪੁਰ ਦੇ ਵਿੱਚ ਲਗਭਗ 45 ਸਾਲ ਦੇ ਗੋਬਿੰਦਰ ਅਤੇ 67 ਸਾਲ ਦੇ ਪਾਲਾ ਰਾਮ ਦੀ ਵੀ ਮੌਤ ਹੋ ਗਈ ਆ। ਉਧਰ SHO ਮਲਾਨਾ ਸੁਰਿੰਦਰ ਸਿੰਘ ਦਾ ਕਹਿਣਾ ਕਿ ਸੁਹਾਣਾ ਪਿੰਡ ਦੇ ਇੱਕ ਵਿਅਕਤੀ ਦੀ ਮੌਤ ਚਿਕਨਗੁਨੀਆ 2 ਦੀ ਹਾਰਟ ਅਟੈਕ ਨਾਲ ਹੋਈ ਹੈ। ਪਿੰਡ ਸੁਹਾਣਾ ਦੇ ਵਿੱਚ ਰਾਜੂ ਅਤੇ ਪਿੰਡ ਅਲੀਪੁਰ ਵਿੱਚ ਗੋਬਿੰਦਰ ਅਤੇ ਪਾਲਾ ਰਾਮ ਦੀ ਮੌਤ ਦੀ ਸੂਚਨਾ ਪੁਲਿਸ ਕੋਲ ਕਹਿੰਦੇ ਨਹੀਂ ਪਹੁੰਚੀ। ਅੰਬਾਲਾ ਦੀ ਇੱਕ ਗੈਰ ਕਾਨੂੰਨੀ ਫੈਕਟਰੀ ਤੋਂ ਸ਼ਰਾਬ ਜਮੁਨਾਨਗਰ ਵਿੱਚ ਹੀ ਸਪਲਾਈ ਹੋਈ ਸੀ। ਅੰਬਾਲਾ 'ਚ ਪਹਿਲਾਂ ਹੀ 2 ਲੋਕਾਂ ਦੀ ਮੌਤ ਹੋ ਗਈ ਹੈ। ਜਮੁਨਾਨਗਰ 'ਚ ਹੁਣ ਤੱਕ 14 ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋ ਗਿਆ। ਜਮੁਨਾਨਗਰ ਵਿੱਚ ਵੀ ਸ਼ਰਾਬ ਪੀਣ ਨਾਲ 5 ਲੋਕਾਂ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਐਡੀਸ਼ਨਲ DGP AS ਚਾਵਲਾ ਗੈਰ ਕਾਨੂੰਨੀ ਫੈਕਟਰੀ ਦਾ ਨਿਰੀਖਣ ਕਰਨ ਤੋਂ ਬਾਅਦ ਉਹ ਮੀਡੀਆ ਦੇ ਨਾਲ ਗੱਲਬਾਤ ਕਰਕੇ ਪੂਰੀ ਸਥਿਤੀ ਦੱਸ ਸਕਦੇ ਨੇ। ਫਿਲਹਾਲ ਦੇਸ਼ ਦਾ ਖਬਰਨਾਮਾ ਇੱਥੇ ਸਮਾਪਤ ਕਰਦੇ ਹਾਂ। ਵਧੇਰੇ ਖਬਰਾਂ ਜਾਣਨ ਲਈ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ। ਧੰਨਵਾਦ।